मेरा पहला सवाल है जी, राजनीति बचाउण दे लई अकाली दल दा पल्ला फड़िया जां बीजेपी वालियां दा बाहर निकलना औखा हो गया सीगा जां वाकई किसानी दा दर्द सीगा? पहला सही बीजेपी दे नाल चलदे रहे, उदों भी फैसले दिल्ली तो आउंदे सीगे, अज दिल्ली दे फैसले क्यों रड़कण लग गए? किसानी दा जो किसान अन्नदाते दा जो अपमान, जो ਉਹਦੀ ਦੁਰਦਸ਼ਾ ਹੋ ਰਹੀ ਸੀ, ਉਹਦੇ ਤੋਂ ਮਨ ਦੁਖੀ ਸੀ ਕਿਉਂਕਿ ਮੈਂ ਦੱਸਿਆ ਵੀ ਅਸੀਂ ਕਿਸਾਨੀ ਨਾਲ ਸੰਬੰਧਿਤ ਰਹੇ ਹਾਂ ਔਰ ਸਾਨੂੰ ਵੀ ਇਹੀ ਲਾਰੇ 'ਚ ਰੱਖਿਆ ਗਿਆ ਸੀਨੀਅਰ ਲੀਡਰਸ਼ਿਪ ਪੰਜਾਬ ਜੀ ਦੇ ਵੱਲੋਂ ਵੀ ਬਹੁਤ ਛੇਤੀ ਇਹਦਾ ਕੋਈ ਨਾ ਕੋਈ ਵਧੀਆ ਹੱਲ ਨਿਕਲਣ ਵਾਲਾ ਹੈ। ਮੈਂ ਚਲੋ ਮੈਂ ਕਿਸੇ ਦੀ ਨਿੰਦਾ ਨਹੀਂ ਕਰਦੀ, ਪਰ ਹਰ ਚੀਜ਼ ਲਈ ਦਿੱਲੀ ਵੱਲ ਦੇਖਣਾ, ਹਰ ਚੀਜ਼ ਲਈ ਦਿੱਲੀ ਤੋਂ ਹਰੀ ਝੰਡੀ ਦੀ ਉਡੀਕ ਕਰਨੀ। ਮੈਂ ਜੀ ਬਿਲਕੁਲ ਅਨਕੰਡੀਸ਼ਨਲ ਇਸ ਪਾਰਟੀ 'ਚ ਆਈ ਹਾਂ, ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਜੋ ਪਾਰਟੀ ਮੈਨੂੰ ਹੁਕਮ ਲਾਏਗੀ ਸਿਰ ਮੱਥੇ ਉਹਦਾ ਨਿਭਾਇਆ ਜਾਊਗਾ। ਦੇਖੋ, ਜਿੱਥੇ ਤੱਕ ਬੇਅਦਬੀ ਦਾ ਮਾਮਲਾ ਹੈ, ਉਹ ਸ਼ਰੇਆਮ ਕਹਿ ਲਓ ਬਦਨਾਮ ਕਰਨ ਲਈ ਕਾਂਗਰਸ ਦਾ ਇੱਕ ਚਾਲ ਹੈਗੀ ਹੈ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਕਈ ਵਾਰੀ ਸਟੇਜਾਂ ਤੋਂ ਕਿਹਾ ਹੈਗਾ ਵੀ ਜੇ ਕੋਈ ਇਹਦੇ ਵਿੱਚ ਸ਼ਾਮਲ ਹੈਗਾ ਤੇ ਉਸ ਦਾ ਕੁਝ ਕੱਖ ਨਾ ਰਹੇ। ਇਹ ਤੁਸੀਂ ਵੀ ਸ਼ਾਇਦ ਕਈ ਵਾਰੀ ਸੁਣਿਆ ਹੋਊਗਾ। ਤਾਂ ਇਸ ਤੋਂ ਜ਼ਿਆਦਾ ਕੋਈ ਕਿਸੇ ਨੂੰ ਕੀ ਸਫਾਈ ਦੇ ਸਕਦਾ? ਇਹ ਬਦਨਾਮ ਕਰਨ ਦੀਆਂ ਚਾਲਾਂ ਨੇ ਵੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। 2022 ਦੀਆਂ ਵਿਧਾਨ ਸਭਾ ਚੋਣਾਂ ਐਨ ਨੇੜੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਹਰ ਰੋਜ਼ ਸਮੀਕਰਨ ਬਦਲ ਰਹੇ ਨੇ, ਹਰ ਰੋਜ਼ ਨਵੀਂ ਤਸਵੀਰ ਸਾਹਮਣੇ ਆ ਰਹੀ ਹੈ। ਇੱਕ ਦੂਜੇ ਦੇ ਖਿਡਾਰੀ ਆਪਣੇ ਖੇਮੇ ਦੇ ਵਿੱਚ ਲਿਜਾਣ ਦੇ ਲਈ ਲਗਾਤਾਰ ਪਾਰਟੀਆਂ ਦੇ ਦਿੱਗਜ ਆਗੂ ਜਦੋਜਹਿਦ ਵੀ ਕਰ ਰਹੇ ਨੇ। ਦੂਜੇ ਪਾਸੇ ਬੀਜੇਪੀ ਦੇ ਬਹੁਤ ਸਾਰੇ ਲੀਡਰ ਅਜਿਹੇ ਨੇ ਜੋ ਅੰਦਰ ਖਾਤੇ ਪਹਿਲਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣੀ ਹੀ ਕੇਂਦਰ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਕੀਤੇ ਤਾਂ ਕੇਂਦਰ ਦੇ ਵੱਲੋਂ ਜਾਂ ਪਾਰਟੀ ਦੇ ਵੱਲੋਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਨਿਲ ਜੋਸ਼ੀ ਨੇ ਕੱਲ੍ਹ ਅਕਾਲੀ ਦਲ ਦਾ ਪੱਲਾ ਫੜਿਆ ਤੇ ਨਾਲ ਉਹਨਾਂ ਦੇ ਬੀਬੀ ਸੁਖਜੀਤ ਕੌਰ ਸ਼ਾਹੀ ਦਸੂਹਾ ਹਲਕਾ ਤੋਂ ਸਾਬਕਾ ਵਿਧਾਇਕ ਨੇ, ਉਹਨਾਂ ਨੇ ਵੀ ਅਕਾਲੀ ਦਲ ਦੀ ਤੱਕੜੀ ਫੜੀ ਹੈ। ਸਾਡੇ ਨਾਲ ਬੀਬੀ ਸੁਖਜੀਤ ਕੌਰ ਸ਼ਾਹੀ ਜੀ ਨੇ। ਮੈਮ, ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਹੈ ਜੀ, ਰਾਜਨੀਤੀ ਬਚਾਉਣ ਦੇ ਲਈ ਅਕਾਲੀ ਦਲ ਦਾ ਪੱਲਾ ਫੜਿਆ ਜਾਂ ਬੀਜੇਪੀ ਵਾਲਿਆਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਸੀਗਾ ਜਾਂ ਵਾਕਿਆ ਕਿਸਾਨੀ ਦਾ ਦਰਦ ਸੀਗਾ? ਦੇਖੋ, ਜ਼ਿਮੀਂਦਾਰੇ ਪਰਿਵਾਰ ਨਾਲ ਸੰਬੰਧਿਤ ਹਾਂ, ਕਿਸਾਨੀ ਨਾਲ ਸੰਬੰਧਿਤ ਰਹੇ ਹਾਂ, ਸੋ ਕੋਈ ਬਾਹਰ ਨਿਕਲਣ ਦਾ ਉਹ ਕੋਈ ਕਾਰਨ ਨਹੀਂ ਸੀ। ਬਸ ਇੱਕ ਦੁੱਖ ਸੀ ਆਪਣੇ ਲੋਕਾਂ ਦਾ ਕਿ ਅਸੀਂ ਆਪਣੇ ਭਾਈਚਾਰੇ ਤੋਂ ਮੁਨਕਰ ਨਹੀਂ ਹੋ ਸਕਦੇ। ਪੰਜਾਬ 'ਚ ਰਹਿੰਦੇ ਹਾਂ, ਜੋ ਪੰਜਾਬ ਦੇ ਮੁੱਦੇ ਨੇ ਸਮੇਂ-ਸਮੇਂ 'ਤੇ ਉਠਾਉਂਦੇ ਵੀ ਰਹੇ ਹਾਂ, ਪਰ ਦੁੱਖ ਸੀ ਕਿ ਹੁਣ 7-8 ਮਹੀਨੇ ਹੋ ਗਏ ਨੇ ਜੋ ਕਿਸਾਨੀ ਦਾ, ਜੋ ਕਿਸਾਨ ਅੰਨਦਾਤੇ ਦਾ ਜੋ ਅਪਮਾਨ, ਜੋ ਉਹਦੀ ਦੁਰਦਸ਼ਾ ਹੋ ਰਹੀ ਸੀ, ਉਹਦੇ ਤੋਂ ਮਨ ਦੁਖੀ ਸੀ ਕਿਉਂਕਿ ਮੈਂ ਦੱਸਿਆ ਵੀ ਅਸੀਂ ਕਿਸਾਨੀ ਨਾਲ ਸੰਬੰਧਿਤ ਰਹੇ ਹਾਂ। ਸੋ ਉਹਦੇ ਦੁੱਖ 'ਚ ਇਹ ਬੜੀ ਦੇਰ ਦਾ ਇਹ ਮੰਥਨ ਮੇਰੇ ਚੱਲ ਰਿਹਾ ਸੀ ਤੇ ਪਰ ਮੈਨੂੰ ਇਹ ਇੱਕ ਆਸ ਵੀ ਸੀ ਵੀ ਸ਼ਾਇਦ ਇੰਨੀ ਗੱਲ ਨਹੀਂ ਦੂਰ ਤੱਕ ਜਾਊਗੀ। ਜਿਸ ਤਰ੍ਹਾਂ ਹੁਣ 600 ਸਾਡਾ ਕਿਸਾਨ ਸ਼ਹੀਦ ਹੋ ਗਿਆ, ਮੈਨੂੰ ਇਹ ਆਸ ਨਹੀਂ ਸੀ। ਮੈਨੂੰ ਇਹ ਆਸ ਸੀ ਕਿ ਇਹਨੂੰ ਬੜੀ ਹਮਦਰਦੀ ਨਾਲ ਵਿਚਾਰਿਆ ਜਾਊਗਾ, ਇਹਦਾ ਕੋਈ ਸਨਮਾਨਜਨਕ ਢੰਗ ਨਾਲ ਇਹਦਾ ਕੋਈ ਫੈਸਲਾ ਕੀਤਾ ਜਾਊਗਾ ਔਰ ਸਾਨੂੰ ਵੀ ਇਹੀ ਲਾਰੇ 'ਚ ਰੱਖਿਆ ਗਿਆ ਸੀਨੀਅਰ ਲੀਡਰਸ਼ਿਪ ਪੰਜਾਬ ਜੀ ਦੇ ਵੱਲੋਂ ਵੀ ਬਹੁਤ ਛੇਤੀ ਇਹਦਾ ਕੋਈ ਨਾ ਕੋਈ ਵਧੀਆ ਹੱਲ ਨਿਕਲਣ ਵਾਲਾ ਹੈ। ਸੋ ਅਸੀਂ ਉਸੇ ਬੈਠੇ ਰਹੇ ਉਸ ਗੱਲ 'ਤੇ ਕਿ ਸ਼ਾਇਦ ਕੋਈ ਚੰਗਾ ਸੁਨੇਹਾ, ਸੁੱਖ ਸੁਨੇਹਾ ਕਿਸੇ ਦਿਨ ਸਵੇਰ ਨੂੰ ਆਊਗਾ, ਪਰ ਹੁਣ ਅੱਤ ਹੋ ਗਈ ਹੈ। ਸੋ ਮਨ ਨਹੀਂ ਸੀ ਮੰਨਦਾ ਕਿ ਇਹੋ ਜਿਹੀ ਪਾਰਟੀ 'ਚ ਕੀ ਰਹਿਣਾ ਜਿੱਥੇ ਸਾਡੇ ਅੰਨਦਾਤਾ ਸਰਹੱਦਾਂ 'ਤੇ ਲੜ ਰਿਹਾ, ਸ਼ਹੀਦ ਹੋ ਰਹੇ ਨੇ। ਸੋ ਇਹ ਕਾਰਨ ਇੱਕ ਸੀ ਮੇਰਾ। ਬੀਬੀ ਜੀ, ਬੜੇ ਚਿਰ ਸਾਇਲੈਂਟ ਰਹੇ ਹੋ, ਪਿਛਲੇ 8-9-10 ਮਹੀਨੇ ਹੋ ਚੱਲੇ ਨੇ ਕਿਸਾਨੀ ਅੰਦੋਲਨ ਨੂੰ। ਪਹਿਲਾਂ ਪੰਜਾਬ ਦੇ ਵਿੱਚ ਵੀ ਕਿਸਾਨ ਬੈਠਾ, ਉੱਥੋਂ ਉੱਠ ਕੇ ਦਿੱਲੀ ਗਿਆ, ਇੰਨੇ ਕਿਸਾਨ ਸ਼ਹੀਦ ਹੋਏ। ਤੁਸੀਂ ਵੀ ਕਿਹਾ ਵੀ ਦੁੱਖ ਵੀ ਹੈ ਉਹਨਾਂ ਦਾ, ਤਾਂ ਲੱਗਦਾ ਨਹੀਂ ਸਾਇਲੈਂਟ ਜ਼ਿਆਦਾ ਰਹਿ ਗਏ ਤੁਸੀਂ? ਲੇਟ ਸਟੈਪ ਲਿਆ ਹੈ, ਪਹਿਲਾਂ ਇੱਦਾਂ ਦਾ ਕੋਈ ਸਟੈਪ ਲੈਣਾ ਚਾਹੀਦਾ ਸੀ ਜਾਂ ਆਵਾਜ਼ ਹੀ ਬੁਲੰਦ ਕਰਦੇ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਬੀਜੇਪੀ ਦੇ ਉੱਥੇ ਤੱਕ ਸੁਣੇ ਤਾਂ ਪਹੁੰਚਾਉਂਦੇ? ਜਿੱਥੋਂ ਤੱਕ ਬੀਜੇਪੀ ਦੇ ਸੁਨੇਹਾ ਪਹੁੰਚਾਉਣ ਦੀ ਗੱਲ ਹੈ, ਮੈਂ ਚੁੱਪ ਨਹੀਂ ਬੈਠੀ ਹਾਂ। ਅੰਦਰ ਖਾਤੇ ਅਸੀਂ ਆਪਣੀ ਸੀਨੀਅਰ ਲੀਡਰਸ਼ਿਪ ਦੇ ਨਾਲ ਰਾਬਤਾ ਰੱਖਦੇ ਰਹੇ ਹਾਂ। ਮੈਂ ਉਹੀ ਕਿਹਾ ਕਿ ਸਾਨੂੰ ਆਸ ਸੀ ਵੀ ਇਸ ਤਰ੍ਹਾਂ ਨਾਲ ਨਹੀਂ ਹੋਊਗਾ, ਕੋਈ ਅੱਛਾ ਢੰਗ ਲੱਭਿਆ ਜਾਊਗਾ। 8 ਮਹੀਨੇ ਤੋਂ ਵੀ ਮੈਂ ਉਹਨਾਂ ਨੂੰ ਸੁਨੇਹੇ ਵੀ ਭੇਜ ਰਹੀ ਸੀ, ਆਪਣੇ ਦਿਲ ਦੀ ਗੱਲ ਵੀ। ਬਾਕੀਆਂ ਜਿਸ ਤਰ੍ਹਾਂ ਬਾਕੀ ਵੀ ਅਨਿਲ ਜੋਸ਼ੀ ਜੀ ਨੇ, ਸਾਰਿਆਂ ਨਾਲ ਸਾਡਾ ਇਹੀ ਚੱਲਦਾ ਸੀ ਵੀ ਸ਼ਾਇਦ ਅੱਜ
ਸੋ ਇਸ ਕਰਕੇ ਸ਼ਾਇਦ ਬਾਕੀਆਂ ਨੂੰ ਲੱਗਦਾ ਹੋਵੇਗਾ ਦੇਰ ਹੋ ਗਈ ਹੈ, ਲੇਕਿਨ ਦੇਰ ਨਹੀਂ ਹੋਈ। ਉਹ 8 ਮਹੀਨੇ ਤੋਂ ਅਸੀਂ ਅੰਦਰੋਂ ਉਦੋਂ ਹੀ ਦੁਖੀ ਹਾਂ ਜਿੰਨੇ ਕਿ ਅੱਜ ਦੁਖੀ ਹਾਂ। ਤਾਂ ਹੁਣ ਲੱਗਦਾ ਵੀ ਜਿਹੜਾ ਇੱਕ ਮਨ ਤੇ ਬੋਝ ਸੀਗਾ ਉਹ ਘਟਿਆ? ਬਿਲਕੁਲ ਮਨ ਤੋਂ ਬੋਝ ਹਟਿਆ, ਕਿਉਂਕਿ ਦੇਖੋ ਮੈਂ ਚਲੋ ਮੈਂ ਕਿਸੇ ਦੀ ਨਿੰਦਾ ਨਹੀਂ ਕਰਦੀ, ਪਰ ਹਰ ਚੀਜ਼ ਲਈ ਦਿੱਲੀ ਵੱਲ ਦੇਖਣਾ, ਹਰ ਚੀਜ਼ ਲਈ ਦਿੱਲੀ ਤੋਂ ਹਰੀ ਝੰਡੀ ਦੀ ਉਡੀਕ ਕਰਨੀ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ। ਇੱਥੋਂ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਬੀਜੇਪੀ ਦੀ ਬੈਠੀ ਹੈ ਉਹਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਸੀਗਾ। ਸੋ ਇਸ ਗੱਲੋਂ ਮੈਨੂੰ ਕਮ ਸੇ ਕਮ ਮੇਰੇ ਮਨ ਨੂੰ ਇਹ ਤਸੱਲੀ ਹੈ ਕਿ ਕਮ ਸੇ ਕਮ ਪੰਜਾਬ ਦੀ ਪਾਰਟੀ ਹੈ, ਪੰਜਾਬੀਅਤ ਦੀ ਪਾਰਟੀ ਹੈ, ਪੰਜਾਬ ਦੇ ਲੋਕਾਂ ਦੇ ਜਿਹੜੀ ਆਵਾਮ ਦੀ ਆਵਾਜ਼ ਹੈ ਉਹ ਸਮੇਂ-ਸਮੇਂ 'ਤੇ ਪੰਜਾਬੀਆਂ ਦੀ ਖਾਸ ਤੌਰ 'ਤੇ ਚੁੱਕਦੀ ਰਹੀ ਹੈ। ਸੋ ਇਸ ਕਰਕੇ ਮੇਰੇ ਮਨ 'ਤੇ ਬੋਝ ਉਤਰਿਆ ਹੈ ਕਿ ਕਮ ਸੇ ਕਮ ਮੈਂ ਉਸ ਪਾਰਟੀ ਦਾ ਹਿੱਸਾ ਬਣੀ ਹਾਂ ਜਿਹੜੇ ਪੰਜਾਬ ਦੀ ਪਾਰਟੀ ਹੈ, ਜਿਹਦੇ ਕੋਈ ਫੈਸਲੇ ਨੇ ਜਿਹੜੇ ਉਹਦੇ ਲਈ ਸਾਨੂੰ ਸਦੀਆਂ ਦਿੱਲੀ ਦਾ ਮੂੰਹ ਨਹੀਂ ਦੇਖਣਾ ਪਊਗਾ। ਅੱਛਾ, ਪਹਿਲਾਂ ਵੀ ਤਾਂ ਤੁਸੀਂ ਤੁਹਾਡੇ ਤੋਂ ਪਹਿਲਾਂ ਤੁਹਾਡੇ ਪਤੀ ਮਰਹੂਮ ਸਰਦਾਰ ਅਮਰਜੀਤ ਸਿੰਘ ਸ਼ਾਹੀ, ਉਹਨਾਂ ਨੇ ਵੀ ਬੀਜੇਪੀ ਤੋਂ ਜਿਹੜੇ ਵਿਧਾਇਕ ਵੀ ਰਹੇ ਨੇ, 2 ਵਾਰ ਜਿੱਤੇ, ਤੁਹਾਨੂੰ ਵੀ ਇਹ ਕੁਰਸੀ ਮਿਲੀ ਹੈ, ਤੁਸੀਂ ਵੀ ਸੱਤਾ ਦਾ ਆਨੰਦ ਮਾਣਿਆ। ਤਾਂ ਲੱਗਦਾ ਨਹੀਂ ਵੀ ਜਿਹੜੇ ਸਵਾਲ ਪਹਿਲਾਂ ਅਸੀਂ ਬੀਜੇਪੀ ਦੇ ਨਾਲ ਚੱਲਦੇ ਰਹੇ ਉਦੋਂ ਵੀ ਫੈਸਲੇ ਦਿੱਲੀ ਤੋਂ ਆਉਂਦੇ ਸੀਗੇ, ਅੱਜ ਦਿੱਲੀ ਦੇ ਫੈਸਲੇ ਕਿਉਂ ਰੜਕਣ ਲੱਗ ਗਏ? ਨਹੀਂ, ਚਲੋ ਉਦੋਂ ਜਦੋਂ ਆਉਂਦੇ ਸੀ ਉਹ ਬੜੇ ਸਨਮਾਨਜਨਕ ਵੀ ਹੁੰਦੇ ਸੀ, ਉਹਨਾਂ ਦੇ ਵਿੱਚ ਕੋਈ ਹੱਲ ਵੀ ਲੱਭਿਆ ਲੱਗਦਾ ਸੀ ਕਿ ਕੋਈ ਆਪਸ 'ਚ ਬੜਾ ਅੱਛਾ ਤਾਲਮੇਲ ਸੀ, ਕੋਈ ਹੱਲ ਵੀ ਲੱਭਿਆ ਜਾਂਦਾ ਸੀ ਮਸਲਿਆਂ ਦਾ। ਪਰ ਇਹ ਜਿਹੜਾ ਕਿਸਾਨੀ ਮੁੱਦਾ ਇੱਥੇ ਉੱਠਿਆ, ਇਹਦੇ ਤਾਂ ਕੋਈ ਦੂਰ ਦੂਰ ਤੱਕ ਲੱਗਦਾ ਹੀ ਨਹੀਂ ਵੀ ਕੋਈ ਤਰਸ ਦੀ ਭਾਵਨਾ ਹੈ, ਜਾਂ ਜਿਸ ਤਰ੍ਹਾਂ ਕਿਸਾਨ ਵਿਚਾਰਾ ਅੱਜ ਹੋਰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਦਾ ਪਿਆ, ਉਹਦੇ ਉੱਤੇ ਇੱਕ ਹੋਰ ਗਾਜ ਕੀਤੀ ਹੈਗੀ ਹੈ। ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ, ਅਤੇ ਜੇ ਨਹੀਂ ਚਾਹੁੰਦਾ ਤਾਂ ਅਸੀਂ ਆਵਾਮ ਦੀ ਆਵਾਜ਼ ਤਾਂ ਉਠਾਉਣੀ ਹੈ ਨਾ। ਅਸੀਂ ਆਵਾਮ ਦੀ ਆਵਾਜ਼ ਉਠਾਉਣੀ ਹੈ ਵੀ ਜੇ ਆਪਾਂ ਜ਼ਬਰਦਸਤੀ ਕਿਸੇ ਨੂੰ ਚੀਜ਼ ਦਈਏ, ਉਹ ਕਹਿੰਦਾ ਵੀ ਮੈਨੂੰ ਨਹੀਂ ਚਾਹੀਦੀ, ਅਤੇ ਫਿਰ ਅਸੀਂ ਉਹਦਾ ਸਨਮਾਨ ਕਰੀਏ। ਉਹ ਨਹੀਂ ਚਾਹੁੰਦੇ ਸਾਡਾ ਭਲਾ ਨਾ ਕਰੋ, ਸਾਨੂੰ ਨਹੀਂ ਚਾਹੀਦੇ ਇਹ ਕਾਲੇ ਕਾਨੂੰਨ, ਅਤੇ ਫਿਰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਪਾਰਟੀ ਨੂੰ। ਅਸਤੀਫਾ ਤੁਸੀਂ ਕਦੋਂ ਦਿੱਤਾ ਪਾਰਟੀ ਨੂੰ? ਕਿੰਨੀ ਦੇਰ ਹੋ ਗਈ ਅਸਤੀਫਾ ਦਿੱਤਿਆਂ ਨੂੰ? ਜਾਂ ਮੈਂ ਆਲਮੋਸਟ ਕਾਫੀ ਦੇਰ ਹੋ ਗਈ ਹੈ। ਕਿਉਂਕਿ ਮੈਨੂੰ ਲਗਾਤਾਰ ਬੀਜੇਪੀ ਪਾਰਟੀ ਵਾਲੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਮੇਰੇ ਨਾਲ ਤਾਲਮੇਲ ਰੱਖਦੇ ਰਹੇ ਨੇ, ਅਤੇ ਮੈਂ ਉਹਨਾਂ ਨੂੰ ਸਾਫ਼ ਹੀ ਕਹਿਤਾ ਸੀ ਕਿ ਜੀ ਮੇਰਾ ਕੋਈ ਵਾਹ ਵਾਸਤਾ ਨਹੀਂ ਹੈਗਾ, ਮੈਂ ਨਾ ਕੋਈ ਤੁਹਾਡੀ ਮੀਟਿੰਗ ਅਟੈਂਡ ਕਰ ਰਹੀ ਹਾਂ, ਨਾ ਮੈਂ ਕੋਈ ਫੰਕਸ਼ਨ ਕਰਾਉਣੇ ਹੈਗੇ ਆ। ਕਿਉਂਕਿ ਜਦੋਂ ਮਨ ਨਹੀਂ ਮੰਨਦਾ, ਮਨ ਦੁਖੀ ਹੈ, ਆਪਣੇ ਭਾਈਚਾਰੇ ਦੇ ਦੁੱਖ ਦੇਖ ਕੇ ਮਨ ਦੁਖੀ ਹੈ, ਕਿਸਾਨੀ ਦੇ ਦੁੱਖ ਦੇਖ ਕੇ ਮਨ ਦੁਖੀ ਹੈ। ਸੋ ਮੇਰਾ ਤਾਂ ਅਸਤੀਫਾ ਉਹਨਾਂ ਨੂੰ ਪਤਾ ਹੀ ਹੈ ਵੀ 8 ਮਹੀਨਿਆਂ ਦਾ ਹੀ ਅਸਤੀਫਾ ਹੈ। ਅੱਛਾ, ਜਿਹੜਾ ਆਫੀਸ਼ੀਅਲੀ ਹੁਣ ਭੇਜਿਆ ਤੁਸੀਂ? ਆਫੀਸ਼ੀਅਲੀ ਹੁਣ। ਇਹ ਜਿਹੜੇ ਗੱਲਬਾਤ ਸੀਗੀ ਪਾਰਟੀ, ਜਿਹੜੇ ਤੁਹਾਡੇ ਸੂਬਾ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ, ਉਹਨਾਂ ਤੱਕ ਕਦੀ ਇਹ ਗੱਲਾਂ ਪਹੁੰਚਾਈਆਂ ਸੀਗੀਆਂ? ਕਿਉਂਕਿ ਬਹੁਤ ਸਾਰੇ ਅਨਿਲ ਜੋਸ਼ੀ ਹੋਰਾਂ ਨੇ ਵੀ ਸਵਾਲ ਇਹੀ ਕੀਤਾ ਹੈ ਵੀ ਜਿਹੜੀ ਇੱਥੇ ਦੀ ਲੀਡਰਸ਼ਿਪ ਹੈ ਉੱਪਰ ਤੱਕ ਕਿਸਾਨਾਂ ਦਾ ਮੈਸੇਜ ਸਹੀ ਤਰੀਕੇ ਨਾਲ ਕਨਵੇ ਨਹੀਂ ਕਰ ਪਾ ਰਹੀ ਜਾਂ ਕਰਦੀ ਨਹੀਂ ਹੈ, ਜਿਹਦਾ ਖਮਿਆਜ਼ਾ ਬੀਜੇਪੀ ਦੇ ਬਾਕੀ ਲੀਡਰਾਂ ਨੂੰ ਵੀ ਭੁਗਤਣਾ ਪੈ ਰਿਹਾ। ਤਾਂ ਗੱਲਬਾਤ ਹੁੰਦੀ ਸੀ ਇਹਨਾਂ ਦੇ ਨਾਲ? ਕਦੀ ਮੁੱਦਾ ਚੁੱਕਿਆ ਸੀਗਾ ਇਹ ਕਿਸਾਨਾਂ ਦਾ? ਦੇਖੋ, ਜਿਹੜਾ MLA ਹੁੰਦਾ ਹੈ ਹਲਕੇ ਦਾ, ਉਹਨੇ ਆਪਣੇ ਹੈੱਡ ਨੂੰ ਕਰਨਾ ਹੁੰਦਾ, ਜਿਵੇਂ ਭਾਜਪਾ ਦੇ ਅਸ਼ਵਨੀ ਸ਼ਰਮਾ ਜੀ ਨੇ। ਮੇਰਾ ਖਿਆਲ ਹੈ ਮੈਂ ਉਹਨਾਂ ਨੂੰ ਲਗਾਤਾਰ ਪਿੱਛੇ ਜੇ 3 ਸੁਨੇਹੇ ਭੇਜੇ ਕਿ ਪ੍ਰਧਾਨ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਮੇਰੇ ਮਨ 'ਚ ਇਹ ਸੀ ਵੀ ਬਹੁਤ ਜ਼ਿਆਦਾ ਖਲਾਰਾ ਹੋ ਗਿਆ, ਬਹੁਤ ਜ਼ਿਆਦਾ ਮਾਹੌਲ ਖ਼ਰਾਬ ਹੋ ਗਿਆ ਕਿ ਆਪਾਂ ਮਿਲ ਬੈਠ ਕੇ ਕਮ ਸੇ ਕਮ ਜਿਹੜੇ ਜਿੱਤੇ ਆ, ਜਿਹੜੇ ਹਾਰੇ ਆ, ਆਪਾਂ ਆਪਣੇ ਬੀਜੇਪੀ ਦਾ ਲੈ ਕੇ ਦਿੱਲੀ ਜਾਈਏ, ਅਸੀਂ ਆਪਣੀ ਗੱਲ ਤਾਂ ਰੱਖੀਏ। ਉਹ ਸਵੀਕਾਰ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਉਹ ਇੱਕ ਬਾਅਦ ਦਾ ਮਸਲਾ ਹੈ, ਲੇਕਿਨ ਅਸੀਂ ਗੱਲ ਤਾਂ ਕਰੀਏ। ਅਸੀਂ ਇੱਦਾਂ ਹੀ ਘਰਾਂ 'ਚ ਚੁੱਪ-ਚਾਪ ਬੈਠੇ ਹਾਂ। ਸੋ ਅਸ਼ਵਨੀ ਜੀ ਨੂੰ ਮੈਂ 2-3 ਵਾਰੀ ਸੁਨੇਹੇ ਭੇਜੇ, ਉਹਨਾਂ ਨੇ ਮੈਨੂੰ ਹਮੇਸ਼ਾ ਹੀ ਕਿਹਾ ਵੀ, ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਭਾਜੀ ਮੈਂ ਜੇ ਤੁਸੀਂ ਕਹੋ ਤਾਂ ਮੈਂ ਪਠਾਨਕੋਟ ਤੁਹਾਨੂੰ ਆ ਕੇ ਮਿਲ ਜਾਂਦੀ ਹਾਂ। ਅਤੇ ਮੈਨੂੰ ਹਮੇਸ਼ਾ ਹੀ ਕਿਹਾ ਗਿਆ ਕਿ ਕੋਈ ਗੱਲ ਨਹੀਂ ਭੈਣ ਜੀ, ਤੁਹਾਨੂੰ ਪਠਾਨਕੋਟ ਆਉਣ ਦੀ ਲੋੜ ਨਹੀਂ, ਰਸਤੇ 'ਚ ਘਰ ਹੈ ਤੁਹਾਡਾ, ਅਤੇ ਮੈਂ ਤਾਂ ਇੱਥੋਂ ਹਫ਼ਤੇ 'ਚ ਕਈ ਵਾਰੀ ਲੰਘਦਾ ਅਤੇ ਮੈਂ ਤੁਹਾਡੇ ਘਰ ਆਊਂਗਾ, ਭੈਣ ਕੋ ਚਾਹ ਪੀ ਕੇ ਜਾਊਂਗਾ। ਮੈਂ ਕਿਹਾ ਜੀ 7 ਵਚਨ ਠੀਕ ਹੈ। 1 ਮਹੀਨਾ ਬੀਤ ਗਿਆ, ਫਿਰ ਮੈਂ ਉਡੀਕਦੀ ਰਹੀ, ਫਿਰ ਮੈਂ 1 ਵਾਰੀ ਟਾਈਮ ਮੰਗਿਆ, ਫਿਰ ਮੈਨੂੰ ਇਹੀ ਜਵਾਬ ਦਿੱਤਾ ਗਿਆ। ਤੀਜੀ ਵਾਰੀ ਮੇਰੀ ਭੋਏ ਤੋਂ ਹੈਗੀ ਹੈ, ਮੇਰੀ ਕੁਲੀਗ ਹੀ ਸੀਗੀ, MLA ਸੀ ਸੀਮਾ ਜੀ, ਉਹਨਾਂ ਦੇ ਥਰੂ ਵੀ ਮੈਂ ਸੁਨੇਹਾ ਭੇਜਿਆ ਵੀ ਜਦੋਂ ਤੁਹਾਡੀ ਕੋਈ ਜ਼ਿਲ੍ਹੇ ਦੀ ਮੀਟਿੰਗ ਹੁੰਦੀ ਹੈ, ਅਸ਼ਵਨੀ ਜੀ ਉੱਥੇ ਬੈਠਦੇ ਨੇ, ਤਾਂ ਮੈਨੂੰ ਮੇਰਾ ਫੋਨ ਹੀ ਕਰਾ ਦੀ ਜਾਂ ਮੈਂ ਗੱਲ ਕਰਨਾ ਚਾਹੁੰਦੀ ਹਾਂ। ਉਹ ਵੀ ਮੇਰਾ ਇਗਨੋਰ ਕੀਤਾ ਗਿਆ। ਸੋ ਇਸ ਕਰਕੇ ਜਦੋਂ ਸਾਡੀ ਫਿਰ ਵੀ ਅਸੀਂ ਚਾਹੇ ਜਿੱਤੇ ਹਾਂ ਚਾਹੇ ਹਾਰੇ ਹਾਂ, ਅਸੀਂ ਇੱਕ ਅੰਗ ਸੀ ਬੀਜੇਪੀ ਦਾ, 2.25 ਲੱਖ ਬੰਦਿਆਂ ਦੀ ਨੁਮਾਇੰਦਗੀ ਅਸੀਂ ਕਰਦੇ ਸੀਗੇ। ਸਾਡੀ ਆਵਾਜ਼ ਤਾਂ ਸੁਣਨੀ ਚਾਹੀਦੀ ਸੀ ਵੀ ਇਹਨਾਂ ਦੇ ਦਿਲ 'ਚ ਕੀ ਹੈ, ਇਹਨਾਂ ਦੀ ਗੱਲ ਤਾਂ ਸੁਣੀਏ। ਮੰਨਣੀ ਨਾ ਮੰਨਣੀ ਤਾਂ ਬਾਅਦ ਦੀ ਗੱਲ ਹੈ, ਲੇਕਿਨ ਸਾਡੀ ਗੱਲ ਤਾਂ ਸੁਣਦੇ। ਸਾਨੂੰ ਕਿਤੇ ਇਕੱਠਾ ਕਰਕੇ ਦਿੱਲੀ ਤਾਂ ਲੈ ਕੇ ਜਾਂਦੇ, ਅਸੀਂ ਕੋਈ ਮੋਦੀ ਸਾਹਿਬ ਨਾਲ ਗੱਲ ਕਰਦੇ, ਕਿਤੇ ਗੱਲ ਕਰਦੇ ਅਸੀਂ ਵੀ ਜੋ ਕੁਛ ਦੱਸਿਆ ਜਾ ਰਿਹਾ ਉਹ ਅਸਲੀਅਤ ਨਹੀਂ ਹੈ।
ਜੋ ਤੁਹਾਨੂੰ ਦੱਸਿਆ ਜਾ ਰਿਹਾ ਉਹ ਬਿਲਕੁਲ ਅਸਲੀਅਤ ਨਹੀਂ ਹੈ। ਪੰਜਾਬ ਬਹੁਤ ਔਖਾ ਇਸ ਟਾਈਮ, ਬੜੇ ਔਖੇ ਵੇਲੇ 'ਚੋਂ ਲੰਘ ਰਿਹਾ, ਲੇਕਿਨ ਇਹ ਸਾਨੂੰ ਕਦੇ ਟਾਈਮ ਹੀ ਨਹੀਂ ਮਿਲਿਆ। ਔਰ ਜੇ ਗਰੁੱਪ 'ਚ ਨਹੀਂ ਅਸੀਂ ਜਾ ਸਕਦੇ ਤਾਂ ਇਕੱਲੇ ਦੀ ਸਾਡੀ ਉੱਥੇ ਕਿਹਨੇ ਸੁਣਨੀ ਸੀ। ਅੱਛਾ ਬੀਬੀ ਜੀ, ਅਕਾਲੀ ਦਲ ਹੀ ਫਿਰ ਕਿਉਂ ਚੁਣਿਆ? ਕੌਣ ਬ੍ਰਿਜ ਬਣਿਆ ਅਕਾਲੀ ਦਲ ਦੀ ਤੱਕੜੀ ਫਨਾ? ਹਾਲਾਂਕਿ ਤੁਹਾਡਾ ਪਹਿਲਾਂ ਭਾਈਵਾਲ ਪਾਰਟੀ ਰਹੀ ਹੈ, ਅਕਾਲੀ ਦਲ ਦੇ ਨਾਲ ਫਿਰ ਜਿਹੜਾ ਤੁਸੀਂ ਜੁਆਇਨ ਕੀਤਾ ਹੈ, ਕੌਣ ਵਿੱਚ ਬ੍ਰਿਜ ਕੌਣ ਬਣਿਆ? ਦੇਖੋ, ਬ੍ਰਿਜ ਇੱਦਾਂ ਨਹੀਂ ਹੈ, ਕਿਉਂਕਿ ਮੈਂ ਸਾਈ ਸਾਹਿਬ ਨਾਲ ਵੀ ਜਦੋਂ ਉਹ MLA ਸੀ ਉਹਨਾਂ ਦਾ ਬੇਹੱਦ ਪਿਆਰ ਸੀ ਪਾਰਟੀ ਦਾ। ਅਤੇ ਉਸ ਤੋਂ ਬਾਅਦ ਮਾੜੀ ਘੜੀ ਕਹੂੰਗੀ ਕਿ ਚਲੋ ਮੈਨੂੰ ਵੀ ਸਿਆਸਤ 'ਚ ਆਉਣਾ ਪਿਆ, ਸਾਈ ਸਾਹਿਬ ਦਾ ਸਦੀਵੀ ਵਿਛੋੜਾ ਹੋਇਆ। ਉਸ ਤੋਂ ਬਾਅਦ ਜਿਸ ਤਰ੍ਹਾਂ ਮੈਨੂੰ ਬਾਦਲ ਸਾਹਿਬ ਵੱਡਿਆਂ ਨੇ ਮੈਨੂੰ ਇੱਕ ਧੀ ਦਾ ਪਿਆਰ ਦਿੱਤਾ, ਮੇਰੇ ਘਰ ਹਫ਼ਤਾ ਰਹੇ ਔਰ ਬਹੁਤ ਜ਼ਿਆਦਾ ਲਗਾਵ ਉਹਨਾਂ ਨੇ ਮੇਰੇ ਨਾਲ, ਮੈਨੂੰ ਬਹੁਤ, ਮੈਂ ਉਦੋਂ ਦੁਖੀ ਸੀ, ਬਹੁਤ ਜ਼ਿਆਦਾ ਉਹਨਾਂ ਨੇ ਮੇਰੇ ਨਾਲ ਇੱਕ ਬਾਪ ਵਰਗਾ ਰਿਸ਼ਤਾ ਨਿਭਾਇਆ। ਸੁਖਬੀਰ ਜੀ ਲਗਾਤਾਰ ਹਿੰਮਤ ਵਧਾਉਂਦੇ ਰਹੇ, ਮਜੀਠੀਆ ਜੀ ਦਾ ਅਸੀਂ ਪਰਿਵਾਰ ਨਹੀਂ ਦੇਣਾ ਦੇ ਸਕਦੇ, ਉਹਨਾਂ ਨੇ ਇੰਨਾ ਸਾਡਾ ਸਾਥ ਦਿੱਤਾ, ਇੰਨਾ। ਮੈਂ ਬਾਅਦ 'ਚ ਵੀ ਜਦੋਂ ਮੈਂ BJP ਦੀ MLA ਬਣ ਵੀ ਗਈ, ਉਸ ਤੋਂ ਬਾਅਦ ਵੀ ਜਦੋਂ ਵੀ ਮੈਂ ਉਹਨਾਂ ਕੋਲ ਕਦੇ ਗਈ ਹਾਂ, ਚਾਹੇ ਸੁਖਬੀਰ ਜੀ ਹੋਣ, ਜੋ ਉਹਨਾਂ ਨੇ, ਮੈਂ ਉਹਨਾਂ ਨੂੰ ਕਿਹਾ, ਵਾਅਦਾ ਉਹਨਾਂ ਨੇ ਕੀਤਾ, ਉਹਨਾਂ ਨੇ ਆਪਣਾ ਨਿਭਾਇਆ। ਮਜੀਠੀਆ ਜੀ ਦਾ ਤਾਂ ਮੈਂ ਕਹਿ ਹੀ ਨਹੀਂ ਸਕਦੀ ਵੀ ਕਿੰਨੇ ਕੁ ਉਹਨਾਂ ਨੇ ਮੇਰੇ ਕੰਮ ਸਵਾਰੇ ਆ। ਸ਼ਾਇਦ ਮੈਂ ਇੰਨਾ BJP ਕੋ ਨਹੀਂ ਮੰਗਿਆ ਹੋਣਾ ਜਿੰਨਾ ਉਹਨਾਂ ਨੇ ਮੇਰਾ, ਮੈਂ ਇੱਦਾਂ ਲਿਸਟਾਂ ਲੈ ਕੇ ਜਾਂਦੀ ਸੀ, ਮੈਨੂੰ ਉਹਨਾਂ ਨੇ ਕਦੇ ਅੱਜ ਤੱਕ ਨਾ ਹੀ ਨਹੀਂ ਸੀ ਕੀਤੀ, ਕਿਉਂਕਿ ਚਲੋ ਸਾਈ ਸਾਹਿਬ ਦਾ ਰਿਗਾਰਡ ਸੀ, ਮੇਰਾ ਰਿਗਾਰਡ ਕਰਦੇ ਸੀ। ਸੋ ਮੈਨੂੰ ਕੋਈ ਉਹ ਓਪਰੇ ਨਹੀਂ ਸੀਗੇ। 10 ਸਾਲ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ, ਸੋ ਮੇਰਾ ਕੋਈ ਬ੍ਰਿਜ ਨਾ ਬਣਿਆ, ਮੇਰਾ ਸਿੱਧਾ ਰਾਬਤਾ ਉਹਨਾਂ ਨਾਲ। ਕਮਿਟਮੈਂਟ ਹੋਈ ਹੈ ਕੋਈ ਟਿਕਟ, ਹਾਲਾਂਕਿ BSP ਦੇ ਹਿੱਸੇ ਹੈ, ਕੋਈ ਸ਼ਫਲ ਕਰਨ ਦੀ ਜਾਂ ਅਦਲਾ ਬਦਲੀ ਕਰਨ ਦੀ ਕੋਈ ਕਮਿਟਮੈਂਟ ਹੋਈ ਹੈ? ਮੈਂ ਜੀ ਬਿਲਕੁਲ ਅਨਕੰਡੀਸ਼ਨਲ ਇਸ ਪਾਰਟੀ 'ਚ ਆਈ ਹਾਂ, ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਜੋ ਪਾਰਟੀ ਮੈਨੂੰ ਹੁਕਮ ਲਾਏਗੀ, ਸਿਰ ਮੱਥੇ ਉਹਦਾ ਨਿਭਾਇਆ ਜਾਊਗਾ। ਅੱਛਾ, ਤੁਹਾਡੇ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ? ਹੁਣ ਤਾਂ ਚਲੋ ਤੁਹਾਡੇ ਸਾਬਕਾ ਪ੍ਰਧਾਨ ਹੋ ਗਏ, ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ? ਨਹੀਂ, ਸ਼ਾਇਦ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਭੈਣ ਜੀ ਦਾ ਮਨ, ਸ਼ਾਇਦ ਆਲੇ ਦੁਆਲੇ ਚਲੋ ਪਤਾ ਲੱਗਦਾ ਹੀ, ਉਹਨਾਂ ਦਾ ਪਤਾ ਲੱਗਿਆ। ਲਾਸਟ ਮੂਮੈਂਟ 'ਤੇ ਮੈਨੂੰ ਫ਼ੋਨ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਆਪਣਾ ਮਨ ਬਣਾ ਚੁੱਕੀ ਸੀ ਕਿ ਮੈਂ ਆਪਣੇ ਭਾਈਚਾਰੇ ਨਾਲ ਖੜੇ ਹੋਣਾ, ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖੜੇ ਹੋਣਾ। ਦੂਸਰੇ ਪਾਸਿਓਂ ਫੋਨ ਆਉਂਦੇ ਸੀਗੇ ਸੁਖਬੀਰ ਬਾਦਲ ਹੋਣਾ, ਤੁਸੀਂ ਕਿਹਾ ਵੀ ਪਰਿਵਾਰਕ ਤੌਰ ਦੇ ਉੱਤੇ ਵੀ ਚੰਗੇ ਰਿਲੇਸ਼ਨ ਰਹੇ ਨੇ ਉਹਨਾਂ ਦੇ ਨਾਲ, ਹੈ ਵੀ ਨੇ, ਤਾਂ ਉਧਰੋਂ ਅਪਰੋਚ ਕੀਤੀ ਜਾ ਰਹੀ ਸੀ ਲਗਾਤਾਰ ਤੁਹਾਨੂੰ? ਉਹ ਚਲੋ ਮੇਰਾ ਉਹਨਾਂ ਨਾਲ ਇੱਕ ਸਮਝ ਲਓ ਘਰ ਦੇ ਮੈਂਬਰਾਂ ਵਾਂਗੂ ਰਾਬਤਾ ਹੈਗਾ। ਉਹ ਹਮੇਸ਼ਾ ਹੀ, ਮੈਂ ਜਦੋਂ ਵੀ ਕਦੇ ਫ਼ੋਨ ਕੀਤਾ ਉਹਨਾਂ ਦਾ ਵੀ ਆਏ, ਮੈਂ ਵੀ ਜਦੋਂ ਫ਼ੋਨ ਕੀਤਾ ਉਹਨਾਂ ਨੇ ਹਮੇਸ਼ਾ ਮੈਨੂੰ ਬੜੀ ਇੱਜ਼ਤ ਮਾਣ ਨਾਲ ਮੇਰੀ ਗੱਲ ਸੁਣੀ ਹੈ। ਅਕਾਲੀ ਦਲ ਨੂੰ ਹੁਣ ਕਿਵੇਂ ਦੇਖ ਰਹੇ ਹੋ? ਕਾਂਗਰਸ ਕਹਿੰਦੀ ਹੈ ਵੀ ਅਕਾਲੀ ਦਲ ਬੇਅਦਬੀ ਮਾਮਲਿਆਂ ਦੇ ਵਿੱਚ ਅਜੇ ਤੱਕ ਵੀ ਲੋਕਾਂ ਦੇ ਵਿੱਚ ਗੁੱਸਾ ਹੈ ਬੇਅਦਬੀ ਮਾਮਲਿਆਂ ਨੂੰ ਲੈ ਕੇ। ਤੁਹਾਨੂੰ ਕੀ ਲੱਗਦਾ ਹੈ ਇਸ ਮਾਮਲੇ ਦੇ ਵਿੱਚ, ਜਾਂ ਜਿਸ ਤਰੀਕੇ ਦਾ ਰੋਹ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਖਿਲਾਫ ਵੀ ਹੈ, ਤਾਂ ਸਰਵਾਈਵ ਕਰਨਾ ਜਾਂ ਸਰਕਾਰ ਬਣਾਉਣੀ ਕਿੰਨੀ ਕੁ ਜਿਹੜਾ ਚੈਲੰਜਿੰਗ ਹੈਗਾ? ਦੇਖੋ, ਜਿੱਥੇ ਤੱਕ ਬੇਅਦਬੀ ਦਾ ਮਾਮਲਾ ਹੈ, ਉਹ ਸ਼ਰੇਆਮ ਕਹਿ ਲਓ ਬਦਨਾਮ ਕਰਨ ਲਈ ਕਾਂਗਰਸ ਦਾ ਇੱਕ ਚਾਲ ਹੈਗੀ ਹੈ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਕਈ ਵਾਰੀ ਸਟੇਜਾਂ ਤੋਂ ਕਿਹਾ ਹੈਗਾ ਵੀ ਜੇ ਕੋਈ ਇਹਦੇ ਵਿੱਚ ਸ਼ਾਮਲ ਹੈਗਾ ਤੇ ਉਸ ਦਾ ਕੱਖ ਨਾ ਰਹੇ। ਇਹ ਤੁਸੀਂ ਵੀ ਸ਼ਾਇਦ ਕਈ ਵਾਰੀ ਸੁਣਿਆ ਹੋਊਗਾ। ਤਾਂ ਇਸ ਤੋਂ ਜ਼ਿਆਦਾ ਕੋਈ ਕਿਸੇ ਨੂੰ ਕੀ ਸਫਾਈ ਦੇ ਸਕਦਾ? ਇਹ ਬਦਨਾਮ ਕਰਨ ਦੀਆਂ ਚਾਲਾਂ ਨੇ ਵੀ 5 ਸਾਲ ਕੰਮ ਕੋਈ ਨਹੀਂ ਕੀਤਾ ਤੇ ਹੁਣ ਮੁੱਦੇ ਉਛਾਲ ਕੇ ਬਦਨਾਮੀ ਉਹਨਾਂ ਨੂੰ ਦਿੱਤੀ ਜਾਏ, ਜਸਟ ਇੰਨੀ ਗੱਲ। ਅੱਛਾ, ਲੋਕਲ ਲੀਡਰਸ਼ਿਪ ਜਿਹੜੀ ਹੈ BSP ਦੀ ਕਹਿ ਲਈਏ ਜਾਂ ਅਕਾਲੀ ਦਲ ਦੀ, ਤੁਹਾਡੇ ਹਲਕੇ ਦੀ ਕਿੱਦਾਂ ਦੀ ਰਿਐਕਸ਼ਨ ਹੈ ਉਹਨਾਂ ਦੀ? ਮਿਲਿਆ ਕੋਈ ਵਧਾਈਆਂ ਦੇ ਸੁਣੇ ਪਹੁੰਚੇ ਤੁਹਾਨੂੰ? ਬਹੁਤ ਖੁਸ਼ ਨੇ ਜੀ, ਬਹੁਤ ਖੁਸ਼ ਨੇ। ਅਕਾਲੀ ਦਲ ਵਾਲੇ ਵੀ ਬੇਹੱਦ ਖੁਸ਼ ਨੇ, BSP ਦੇ ਵੀ ਬੇਹੱਦ ਖੁਸ਼ ਨੇ। ਤੁਸੀਂ ਯਕੀਨ ਮੰਨੋ ਵੀ ਕੱਲ੍ਹ ਉੱਥੇ ਜਦੋਂ ਮੈਂ ਜੁਆਇਨਿੰਗ ਕਰ ਰਹੀ ਸੀ ਤੇ ਇੰਨਾ ਕੁ ਢੋਲ ਢਮੱਕਾ ਰੌਲਾ ਰੱਪਾ ਸੀਗਾ, ਇੰਨਾ ਕੁ ਮੈਨੂੰ ਉਸ ਟਾਈਮ ਵੀ ਫੋਨ ਆਇਆ BSP ਵਾਲਿਆਂ ਦਾ ਵੀ, ਅਕਾਲੀ ਦਲ ਵਾਲਿਆਂ ਦਾ, ਈਵਨ ਜਿਨ੍ਹਾਂ ਨੇ ਮੈਨੂੰ ਦੇਖਿਆ ਵਿਚਰੀ ਆ ਮੈਂ ਉਹਨਾਂ 'ਚ 5 ਸਾਲ, ਮੈਨੂੰ BJP ਵਾਲਿਆਂ ਦਾ ਬਹੁਤ ਉਹਨਾਂ ਦਾ ਫੋਨ ਆਇਆ ਵੀ ਭੈਣ ਜੀ ਤੁਸੀਂ ਖੜੇ ਹੋ ਜਿੱਥੇ ਅਸੀਂ ਉੱਥੇ ਤੁਹਾਡੇ ਨਾਲ ਆ। ਪਾਰਟੀ ਨੇ ਅਨਿਲ ਜੋਸ਼ੀ ਹੋਰਾਂ ਦੇ ਲਈ ਫੈਸਲਾ ਬਦਲਿਆ। BSP ਦੀ ਟਿਕਟ ਸੀਗੀ ਉੱਥੋਂ, ਤਾਂ ਅਨਿਲ ਜੋਸ਼ੀ ਹੋਰਾਂ ਦੀ ਝੋਲੀ ਪਾਈ ਹੈ। ਜੇਕਰ ਪਾਰਟੀ ਇੱਥੇ ਵੀ ਕੋਈ ਇੱਦਾਂ ਦਾ ਫੈਸਲਾ ਲੈਂਦੀ ਹੈ ਤਾਂ ਫਿਰ ਮੁੱਦੇ ਕੀ ਰਹਿਣਗੇ? ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਕਨਵਿੰਸ ਕੀਤਾ ਜਾਊਗਾ? ਦੇਖੋ, ਮੁੱਦੇ ਤਾਂ ਜਿਹੜੀ ਰਿਆਇਆ ਹੈ, ਜਿਹੜੇ ਲੋਕ ਨੇ ਉਹ ਕੀ ਚਾਹੁੰਦੇ ਨੇ? ਉਹ ਚਾਹੁੰਦੇ ਨੇ ਵੀ ਸਾਡੇ ਜਿਹੜੇ ਮੁੱਦੇ ਨੇ ਅਰਥ ਵਿਵਸਥਾ ਨਾਲ ਜੁੜੇ ਨੇ, ਸਮਾਜਿਕ ਜੁੜੇ ਨੇ, ਧਾਰਮਿਕ ਜੁੜੇ ਨੇ, ਉਹਨਾਂ ਦਾ ਸਹੀ ਤਰੀਕੇ ਨਾਲ ਵਧੀਆ ਸਨਮਾਨਜਨਕ ਢੰਗ ਨਾਲ ਉਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਦੀ ਜੇ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੈ ਉਹ ਉਹਨਾਂ ਦੀ ਸੁਣੀ ਜਾ ਸਕੇ। ਜਨਤਾ ਜਿਹੜੀ ਆਮ ਜਨਤਾ ਹੈ ਉਹਦਾ ਤਾਂ ਇਹੀ ਹੁੰਦਾ ਵੀ ਸਾਡੇ ਹਲਕੇ ਦਾ ਵਿਕਾਸ ਹੋਏ, ਅਮਨ ਸ਼ਾਂਤੀ ਹੋਏ, ਭਾਈਚਾਰਾ ਹੋਏ ਤੇ ਵਿਕਾਸ ਕਰੀਏ। ਮੇਰਾ ਵੀ ਉਹੀ ਹੋਊਗਾ, ਜੇ ਸਾਡੀ ਪਾਰਟੀ ਦਾ ਵੀ ਉਹੀ ਹੈ।
ਪੰਜਾਬੀਆਂ ਨੂੰ। ਦਸੂਹੇ ਹਲਕੇ ਨੂੰ ਲੈ ਕੇ ਇੱਕ ਗੱਲ ਬੜੀ ਧਾਰਨਾ ਹੈ ਵੀ ਇਹ ਹਿੰਦੂ ਬੈਲਟ ਹੈ, ਇੱਥੇ ਬੀਜੇਪੀ ਤਾਂ ਇੱਥੋਂ ਲਗਾਤਾਰ ਜਿੱਤਦੀ ਰਹੀ ਹੈ ਜਾਂ ਕਾਂਗਰਸ ਇੱਥੋਂ 10 ਵਾਰ ਜਿੱਤੀ ਹੈ। ਅਕਾਲੀ ਦਲ ਦੇ ਹਿੱਸੇ ਮੇਰੇ ਖਿਆਲ ਨਾਲ ਜਿੱਤ ਜਿਹੜੀ ਹੈ, ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਇੱਕ ਵਾਰੀ ਆਈ ਹੈ। ਲੱਗਦਾ ਨਹੀਂ ਵੀ ਔਖਾ ਫਿਰ ਅਕਾਲੀ ਦਲ ਦਾ ਇੱਥੋਂ ਸੀਟ ਕੱਢਣੀ, ਜਾਂ ਬੀਐਸਪੀ ਦੇ ਜਿਵੇਂ ਬੇਸ਼ੱਕ ਹਿੱਸੇ ਆਈ ਹੈ ਤਾਂ ਇੱਕ ਵੱਡਾ ਸਮਰਥਨ ਅਕਾਲੀ ਦਲ ਦਾ ਵੀ ਹੈਗਾ ਨਾਲ ਦਾ। ਦੇਖੋ ਅਕਾਲੀ ਦਲ ਕਾਂਗਰਸ ਦੀ ਮੈਂ ਗੱਲ ਕਰਾਂ, ਕਾਂਗਰਸ ਦੇ 2 ਸਾਲ ਤੇ ਕਰੋਨੇ ਦੀ ਭੇਂਟ ਇਹਨਾਂ ਨੂੰ ਹੋ ਗਿਆ ਕਿ ਕਰੋਨਾ ਹੈ। ਉਸ ਤੋਂ ਬਾਅਦ ਵੀ ਜੋ ਮਤਲਬ ਮੈਂ ਕੀ ਦੱਸਾਂ ਕਿ ਜੋ ਹਲਕੇ ਦੀ ਲੁੱਟ ਹੋਈ ਹੈ, ਜੋ ਮਾਈਨਿੰਗ ਤੇ ਜੋ ਵੀ ਹੈ, ਮੈਂ ਉਹਨਾਂ ਦੀ ਅਗਰ ਕਰਨ ਲੱਗਾ ਤਾਂ ਬੜਾ ਲੰਬਾ ਹੋ ਜਾਊਗਾ। ਬਹੁਤ ਜ਼ਿਆਦਾ ਜਿਹੜਾ ਹੈ ਦੁਨੀਆ ਤਰਾਸ ਕੀਤੀ ਬੈਠੀ ਹੈ ਹਲਕੇ ਦੀ। ਔਰ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਉਹ ਅੱਧੀ ਹਿੰਦੂ ਬੈਲਟ ਹੈ। ਜਿਹੜੇ ਸੁਲਝੇ ਸਿਆਣੇ ਲੋਕ ਨੇ ਉਹਨਾਂ ਨੇ ਸਾਨੂੰ, ਮੈਂ ਹਾਲਾਂਕਿ ਇੱਕ ਸਿੱਖ ਫੈਮਿਲੀ 'ਚੋਂ ਬਿਲੋਂਗ ਕਰਦੀ ਸੀ, ਸਾਈ ਸਾਹਿਬ ਵੀ ਜਦੋਂ ਪਹਿਲੀ ਵਾਰ ਲੜੇ ਨੇ ਉਹਨਾਂ ਲਈ ਵੀ ਬੜਾ ਪ੍ਰਚਾਰ ਕੀਤਾ ਗਿਆ ਸੀ, ਅੱਤਵਾਦੀ ਹੈ, ਸਰਦਾਰ ਹੈ, ਆਹ ਕਰੂਗਾ ਉਹ ਕਰੂਗਾ। ਲੇਕਿਨ ਉਹ ਐਸੇ ਲੋਕਾਂ ਦੇ ਦਿਲਾਂ ਦੇ ਵਿੱਚ ਬੈਠੇ ਹੈ ਵੀ ਮੈਨੂੰ ਮਾਣ ਹੈ ਵੀ ਅੱਜ 9 ਸਾਲ ਤੋਂ ਬਾਅਦ ਵੀ ਜੇ ਮੈਂ ਉਸ ਹਿੰਦੂ ਬੈਲਟ 'ਚ ਆਪਣੇ ਭਰਾਵਾਂ ਦੀ ਉਸ ਹਿੰਦੂ ਬੈਲਟ 'ਚ ਜਾਂਦੀ ਹਾਂ ਤਾਂ ਵੀ ਉਹਨਾਂ ਦੀਆਂ ਫੋਟੋਆਂ ਮੈਂ ਲੱਗੀਆਂ ਦੇਖਦੀਆਂ, ਨਹੀਂ ਤਾਂ 9 ਸਾਲ ਬਾਅਦ ਤਾਂ ਸ਼ਾਇਦ ਘਰ ਦੇ ਵੀ ਵਿਸਾਰ ਦੇਣ। ਸੋ ਮੈਨੂੰ ਤਾਂ ਇੱਕੋ ਜਿਹੇ ਲੱਗਦੇ ਆ, ਨਾ ਮੇਰੇ ਦਿਲ 'ਚ ਕੋਈ ਹਿੰਦੂ ਬੈਲਟ ਹੈ, ਮੈਨੂੰ ਤਾਂ ਸਾਰੇ ਉੱਦਾਂ ਹੀ ਪਿਆਰ ਕਰਦੇ ਆ, ਮੈਨੂੰ ਇੱਜ਼ਤ ਦਿੰਦੇ ਆ। ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੋਂ ਲਗਾਤਾਰ ਪਹਿਲਾਂ ਇੱਥੋਂ ਜ਼ਿਆਦੀਆਂ ਜਿੱਤਾਂ ਇਸ ਹਲਕੇ ਤੋਂ ਕਾਂਗਰਸ ਨੂੰ ਮਿਲੀਆਂ ਨੇ। ਬੀਜੇਪੀ ਦੇ ਵਿੱਚ ਸ਼ਾਹੀ ਸਾਹਿਬ ਆਏ ਤਾਂ ਉਹਨਾਂ ਨੇ ਮਾਤ ਦਿੱਤੀ ਉਹਨਾਂ ਨੂੰ, ਤਾਂ 2 ਵਾਰ ਲਗਾਤਾਰ ਜਿੱਤੇ, ਤੀਸਰੀ ਵਾਰ ਤੁਹਾਨੂੰ ਵੀ ਮੌਕਾ ਮਿਲ ਗਿਆ ਜਿੱਤਣ ਦਾ। ਇੱਕ ਗੱਲ ਦੀ ਬੜੀ ਚਰਚਾ ਹੁੰਦੀ ਹੈ, ਕਹਿੰਦੇ ਤੁਹਾਡੀ ਹਾਰ ਦਾ ਪਿਛਲੀ ਦਾ ਕਾਰਨ ਇਹ ਲੋਕ ਚਰਚਾ ਕਰਦੇ ਨੇ, ਚਾਹੇ ਵਿਰੋਧੀ ਕਹਿ ਲਈਏ, ਕਹਿੰਦੇ ਵੀ ਤੁਹਾਡੇ ਬੇਟੇ ਦੀ ਦਖਲਅੰਦਾਜ਼ੀ ਜ਼ਿਆਦਾ ਹੋ ਗਈ ਸੀ, ਉਹ ਕਾਰਨ ਕਰਕੇ ਬੀਬੀ ਜੀ ਨੂੰ ਹਾਰ ਦੇਖਣੀ ਪਈ। ਦੇਖੋ ਇਹ ਨਾ ਇੱਕ ਬੜਾ ਸਧਾਰਨ ਜਿਹਾ ਸੈਂਟੈਂਸ ਹੈ ਵੀ ਜਿਹੜਾ ਬਾਪ ਹੁੰਦਾ ਨਾ, ਜਦੋਂ ਉਹਦਾ ਬੇਟਾ ਕੋਈ ਵੀ ਤਰੱਕੀ ਕਰਦਾ ਤੇ ਜਿਹੜੇ ਉਹਦੇ ਨਾਲ ਦੇ ਹੁੰਦੇ ਆ ਉਹ ਚੱਲਦੇ ਨਹੀਂ। ਮੇਨ ਤਾਂ ਇਹੀ ਹੈ, ਚਾਹੇ ਤੁਸੀਂ ਬਾਦਲ ਸਾਹਿਬ ਨੂੰ ਦੇਖ ਲਓ, ਸੁਖਬੀਰ ਜੀ ਦਾ ਕੀ ਹੈ ਮਤਲਬ ਕਿੰਨਾ ਹੈ ਬਦਨਾਮ, ਇਹ ਉਹ ਉਹਨਾਂ ਦੇ ਹੀ ਨਾਲ ਦਿਆਂ ਨੇ ਜਿਨ੍ਹਾਂ ਨੇ ਸਾਰੀ ਉਮਰ ਉਹਨਾਂ ਦੇ ਨਾਲ ਰਹੇ। ਇਹ ਮੇਰੇ ਖਿਆਲ 'ਚ ਕੋਈ ਹੈ ਨਹੀਂ। ਹਾਂ, ਵਿਰੋਧੀਆਂ ਨੂੰ ਇੱਕ ਮੌਕਾ ਮਿਲ ਜਾਂਦਾ ਜਦੋਂ ਦੇਖੋ ਕਿਸੇ ਨੇ ਕੰਮ ਕਰਨਾ। ਮੈਂ ਨਵੀਂ ਸੀ, ਮੈਨੂੰ ਕੁਛ ਇੰਨਾ ਅੰਦਾਜ਼ਾ ਨਹੀਂ ਸੀਗਾ, ਮੇਰੇ ਬੇਟੇ ਨੇ ਨਾਲ ਮੇਰੇ ਹੈਲਪ ਹੋ ਕੇ ਕੰਮ ਕਰਾਇਆ। ਇਮਾਨਦਾਰੀ ਅਸੀਂ ਖੱਟੀ, ਅਸੀਂ ਕੋਈ ਖੱਡਾਂ ਪੱਟਣ ਵਾਲੇ ਲੀਡਰ ਤਾਂ ਹੈ ਨਹੀਂ, ਅਸੀਂ ਤਾਂ ਲੋਕਾਂ ਦੇ ਵਿੱਚ ਵਿਚਰਨ ਵਾਲੇ, ਲੋਕਾਂ ਦੇ ਦੁੱਖ ਸੁੱਖ ਸੁਣਨ ਵਾਲੇ ਸੀ। ਬਾਕੀ ਇੱਕ ਹਾਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਬੀਬੀ ਜੀ ਸ਼ਾਇਦ ਨਾ ਭੈੜਾ ਬੋਲਦੀ ਹੈ, ਨਾ ਕਿਸੇ ਦਾ ਕਲਮ ਨਾ ਮਾੜਾ ਕਰਦੀ ਹੈ, ਨਾ ਕਿਸੇ ਦਾ ਉੱਦਾਂ ਕਰਦੀ ਹੈ, ਤੇ ਹੁਣ ਕੁਛ ਨਾ ਕੁਛ ਕੀ ਕਰੀਏ, ਤੇ ਹੁਣ ਠੀਕ ਹੈ ਫਿਰ ਚਲੋ ਇਹਦੇ ਬੇਟੇ 'ਤੇ ਤਵਾ ਲਾਣਾ ਸ਼ੁਰੂ ਕਰ ਦਈਏ। ਸੋ ਬੇਟੇ ਨੇ ਜੇ ਕੰਮ ਕਰਨਾ ਤੇ ਫਿਰ ਬਾਹਰ ਵੀ ਨਿਕਲਣਾ ਪੈਣਾ, ਫਿਰ ਉਹ ਦੇਖਣਾ ਵੀ ਪੈਣਾ ਹੈ। ਬਹੁਤ ਉਹਨੇ ਕੰਮ ਕਰਾਇਆ ਮੇਰੇ ਨਾਲ ਮੋਢਾ ਜੋੜ ਕੇ, ਤਾਂ ਕੋਈ ਗੱਲ ਨਹੀਂ, ਇਹ ਚਰਚਾ ਦੁਨੀਆ ਕਰਦੀ ਹੁੰਦੀ ਹੈ। ਤਾਂ ਹੁਣ ਕਿਸ ਤਰੀਕੇ ਦੀ ਅੱਗੇ ਰਣਨੀਤੀ ਹੈ? ਦਸੂਹਾ ਹਲਕੇ ਦੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ, ਮੀਤ ਪ੍ਰਧਾਨ ਵੀ ਪਾਰਟੀ ਦਾ ਲਗਾਇਆ ਗਿਆ, ਤਾਂ ਜ਼ਿੰਮੇਵਾਰੀ ਵਧਾਈ ਹੈ ਪਾਰਟੀ ਨੇ ਵੀ, ਤਾਂ ਹੁਣ ਰਣਨੀਤੀ ਕਿਸ ਤਰੀਕੇ ਦੀ ਰਹੂਗੀ? ਦੇਖੋ ਉਹਨਾਂ ਨੇ ਮੈਨੂੰ ਵੱਡੀ ਇੱਕ ਜ਼ਿੰਮੇਵਾਰੀ ਸੌਂਪੀ ਹੈ। ਮੈਂ ਪਹਿਲਾਂ ਤਾਂ ਆਪਣੀ ਪੂਰੀ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਜ਼ਿਆਦਾ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ਵੀ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਜਤਾਇਆ। ਦੂਸਰਾ ਰਣਨੀਤੀ ਇਹੀ ਹੈ ਕਿ ਲੋਕਾਂ 'ਚ ਵਿਚਰਾਂਗੇ। ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੀ ਹਾਂ ਵੀ ਮੈਂ ਅਨਕੰਡੀਸ਼ਨਲ ਹੋਈ ਹਾਂ, ਜੋ ਪਾਰਟੀ ਬਸ ਮੈਨੂੰ ਹੁਕਮ ਲਾਏਗੀ ਮੈਂ ਆਪਣੀ ਪਾਰਟੀ ਦੇ ਮੁਤਾਬਕ ਚੱਲਾਂ। ਲੱਗਦਾ ਜੋਸ਼ੀ ਸਾਹਿਬ ਦੇ ਲਈ ਵੀ ਫੈਸਲਾ ਬਦਲ ਦਿੱਤਾ, ਲੱਗਦਾ ਵੀ ਇੱਥੇ ਵੀ ਫੈਸਲਾ ਬਦਲਿਆ ਜਾ ਸਕਦਾ? ਉਹ ਉਹਨਾਂ ਦਾ ਹਲਕੇ ਦੀ ਗੱਲ ਹੈ ਜੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਆਪਣੇ ਮੂੰਹ ਨਾ ਕੁਝ ਮੰਗਣਾ, ਨਾ ਜੋ ਕਿਸਮਤ 'ਚ ਹੋਏਗਾ ਜੋ ਠੀਕ ਹੈ, ਪਰ ਮੈਂ ਅਨਕੰਡੀਸ਼ਨਲ। ਗੱਲਬਾਤ ਤਾਂ ਹੋਈ ਹੋਗੀ ਬੀਬੀ ਜੀ, ਤਿਆਰੀ ਕਰੋ। ਨਹੀਂ, ਉਹ ਚਲੋ ਥਾਪੜਾ ਹਰ ਇੱਕ ਨੂੰ ਦਿੰਦੇ ਹੁੰਦੇ ਆ ਵੀ ਹਲਕੇ 'ਚ, ਉਹ ਤਾਂ ਸਾਡਾ ਵੈਸੇ ਵੀ ਫਰਜ਼ ਬਣਦਾ, ਵੈਸੇ ਵੀ ਫਰਜ਼ ਬਣਦਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬੀਬੀ ਸੁਖਜੀਤ ਕੌਰ ਸ਼ਾਹੀ, ਸਾਬਕਾ ਵਿਧਾਇਕ ਨੇ ਸਾਫ਼ ਤੌਰ ਦੇ ਉੱਤੇ ਕਿਹਾ ਹੈ ਕਿ ਅਨਕੰਡੀਸ਼ਨਲ ਅਕਾਲੀ ਦਲ ਨੂੰ ਜੁਆਇਨ ਕੀਤਾ, ਔਰ ਬੜਾ ਦੁੱਖ ਵੀ ਜ਼ਾਹਰ ਕੀਤਾ ਹੈ ਵੀ ਬੀਜੇਪੀ ਨੂੰ ਛੱਡਣ ਦਾ ਇੱਕੋ ਇੱਕ ਕਾਰਨ ਸੀਗਾ ਵੀ ਜਦੋਂ ਵੀ ਕਿਸਾਨਾਂ ਦੀ ਗੱਲ ਕਰਦੇ ਸੀ ਤਾਂ ਸਾਡੀ ਗੱਲ ਨੂੰ ਅਣਗੌਲਿਆ ਕੀਤਾ ਜਾਂਦਾ ਸੀ। ਇੱਥੋਂ ਤੱਕ ਵੀ ਇੱਕ ਦਰਦ ਬਿਆਨ ਕੀਤਾ ਹੈ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੂੰ ਲਗਾਤਾਰ ਸੰਪਰਕ ਕੀਤਾ ਕਿ ਉਹ ਸਾਡੇ ਨਾਲ ਮੀਟਿੰਗ ਕਰਨ, ਅਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਤੁਹਾਨੂੰ ਦੱਸਾਂਗੇ ਔਰ ਇਕੱਠੇ ਹੋ ਕੇ ਦਿੱਲੀ ਚੱਲਦੇ ਹਾਂ, ਉੱਥੇ ਜਾ ਕੇ ਅਸਲੀਅਤ ਦੱਸੀਏ। ਪਰ ਕਹਿੰਦੇ ਸਾਡੇ 3 ਵਾਰੀ ਫੋਨ ਕਾਲਾਂ ਨੂੰ ਇਗਨੋਰ ਕੀਤਾ ਗਿਆ, ਸਾਨੂੰ ਮਿਲਣ ਤੋਂ ਅਸਿੱਧੇ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਗਿਆ। ਤਾਂ ਇਹੀ ਵਜ੍ਹਾ ਹੈ ਕਿ ਅੱਜ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ ਔਰ ਦਾਅਵਾ ਕਰ ਰਹੇ ਨੇ ਕਿ ਅਕਾਲੀ ਦਲ ਇੱਥੋਂ ਵੱਡੀ ਲੀਡ ਦੇ ਨਾਲ ਜਿੱਤ ਵੀ ਦਰਜ ਕਰੇਗਾ। ਹਾਲਾਂਕਿ ਇਹ ਸੀਟ ਬੀਐਸਪੀ ਦੀ ਝੋਲੀ ਦੇ ਵਿੱਚ ਹੈ, ਪਰ ਵੱਡੀ ਜ਼ਿੰਮੇਵਾਰੀ ਅਕਾਲੀ ਦਲ ਦੀ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਗਠਬੰਧਨ ਹੋਇਆ ਤਾਂ ਉਹਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਉਹਨਾਂ ਜ਼ੋਰ ਅਕਾਲੀ ਦਲ ਦਾ ਵੀ ਇੱਥੇ ਲੱਗਣਾ। ਇਸ ਕਰਕੇ ਦਾਅਵਾ ਬੀਬੀ ਜੀ ਵੀ ਇਹੀ ਕਰ ਰਹੇ ਨੇ ਕਿ ਅਕਾਲੀ ਦਲ ਜ਼ੋਰ ਲਗਾ ਕੇ ਇੱਥੋਂ ਸੀਟ ਜਿੱਤ ਕੇ
ਅਕਾਲੀ ਦਲ ਬੀਐਸਪੀ ਦੀ ਸਰਕਾਰ ਬਣਾਏਗਾ ਪੰਜਾਬ ਦੇ ਵਿੱਚ। ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਦਸੂਹਾ।